हाँ जी, मैं पहले गौरमेंट कॉन्ट्रैक्टर सीगा ते उहदे विच मैनूं हो गया नुकसान काफ़ी ते होर अगे नुकसान मैं सह नहीं सकता ते मैं अपना काम करता बंद ते घर बैठ गया सीगा। 2-4 मैं किताब लिखी जी अबाउट गॉड एंड फेलियर्स ते वो किताब फिर पब्लिश हुई सीगी और चंगी भी की सी चंडीगढ़ के सारे बुक शॉप तो ज़रूर होना है ਅੱਜ ਦੇ ਦੌਰ ਵਿੱਚ ਰਾਈਟਿੰਗ ਵਰਗੀ ਫੀਲਡ ਨੂੰ ਬਹੁਤ ਤਵੱਜੋ ਮਿਲਦੀ ਹੈ ਪਰ ਕਈ ਵਾਰ ਐਦਾਂ ਹੁੰਦਾ ਹੈ ਕਿ ਇਨਸਾਨ ਰਾਈਟਿੰਗ ਲਗਾਤਾਰ ਕਰਦਾ ਰਹਿੰਦਾ ਹੈ ਚਾਹੇ ਉਹਦਾ ਸਮਾਂ ਕੋਈ ਨਹੀਂ ਹੁੰਦਾ ਰਾਈਟਿੰਗ ਦਾ ਉਹ ਕਦੋਂ ਵੀ ਕਰ ਸਕਦਾ ਹੈ। ਪਿਛਲੇ 4.5 ਸਾਲ ਤੋਂ ਲਿਖਦੇ ਆ ਰਹੇ ਨੇ। ਇਸ ਸਮੇਂ ਸਾਡੇ ਨਾਲ ਮੌਜੂਦ ਨੇ ਰਾਕੇਸ਼ ਜੈਨ ਜੀ ਜੋ 4.5 ਸਾਲ ਤੋਂ ਲਿਖਦੇ ਆ ਰਹੇ ਨੇ। ਉਹਨਾਂ ਦੇ ਆਈਡਲਸ ਨੇ ਸਵਾਮੀ ਵਿਵੇਕਾਨੰਦ ਜੀ, ਇਬਰਾਹਿਮ ਲਿੰਕਨ ਤੇ ਹੋਰ ਕਈ ਸਾਰੀ ਹਸਤੀਆਂ ਨੇ ਪਰ ਇਹਨਾਂ ਨੂੰ ਲੱਗਦਾ ਕਿ ਮੇਰੀ ਇੱਕ ਬੁੱਕ ਤੋਂ ਬਾਅਦ ਜਿਹੜੇ ਬਾਕੀ ਦੇ 4 ਕਿਤਾਬਾਂ ਲਿਖ ਚੁੱਕੇ ਨੇ ਅਲੱਗ-ਅਲੱਗ ਵਿਸ਼ਿਆਂ ਉੱਪਰ ਉਹ ਵੀ ਲਾਂਚ ਹੋਣੀ ਚਾਹੀਦੀਆਂ ਨੇ। ਇਹਨਾਂ ਨਾਲ ਖਾਸ ਗੱਲਬਾਤ ਕਰ ਰਹੇ ਹਾਂ ਕਿ ਅੱਜ ਦੇ ਸਮੇਂ ਵਿੱਚ ਪੈਸੇ ਨੂੰ ਹੀ ਕਿਉਂ ਨਹੀਂ ਤਵੱਜੋ ਦਿੱਤੀ ਜਾਂਦੀ ਕਿਉਂਕਿ ਜਿਹੜੀ ਲਿਖਤ ਹੈ ਉਹਨੂੰ ਵੀ ਤਵੱਜੋ ਮਿਲਣੀ ਚਾਹੀਦੀ ਹੈ। ਇਸ ਖਾਸ ਮੌਕੇ ਤੇ ਉਹਨਾਂ ਗੱਲਬਾਤ ਕਰ ਰਹੇ ਤੇ ਉਹਨਾਂ ਵਿਚਾਰ ਜਾਣਦੇ ਹਾਂ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਟੀਵੀ NRI ਤੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਜਿੱਦਾਂ ਤੁਸੀਂ ਪਿਛਲੇ 4.5 ਸਾਲ ਤੋਂ ਲਿਖਦੇ ਆ ਰਹੇ ਹੋ ਕੀ ਬਦਲਾਅ ਦੇਖਿਆ ਤੁਸੀਂ ਰਾਈਟਿੰਗ ਦੀ ਫੀਲਡ ਵਿੱਚ ਟ੍ਰੈਂਡ ਵਾਈਜ਼ ਹੋਰ ਕਿਹੜੀ ਚੀਜ਼ਾਂ ਵਿੱਚ ਜਿਹੜਾ ਬਦਲਾਅ ਨਜ਼ਰ ਆਉਂਦਾ ਜੇ ਗੱਲ ਕਰੀਏ ਤਾਂ? ਬਦਲਾਅ ਤੇ ਹੁਣ ਅੱਜ ਕੱਲ੍ਹ ਜਿੰਜ ਸਿਚੁਏਸ਼ਨ ਨਾਲ ਹੀ ਹੁੰਦੇ ਆ ਜੋ ਸਿਚੁਏਸ਼ਨ ਹੁੰਦੀ ਹੈ ਦੁਨੀਆ 'ਚ। ਹੁਣ ਅੱਜ ਕੱਲ੍ਹ ਕਰੋਨਾ ਹੋ ਰਿਹਾ ਤੇ ਕਰੋਨਾ ਉੱਤੇ ਲੋਕੀ ਲਿਖ ਰਹੇ ਆ। ਜਦੋਂ ਕੋਈ ਹੋਰ ਚੀਜ਼ ਪਪੂਲਰ ਹੁੰਦੀ ਹੈ ਫਾਰਮਰਸ ਪ੍ਰੋਟੈਸਟ ਹੈ ਜਿੰਜ ਹੁਣ ਉਸ 'ਤੇ ਅੱਜ ਕੱਲ੍ਹ ਇੰਨੇ ਚੀਜ਼ਾਂ ਲਿਖੀਆਂ ਜਾ ਰਹੀਆਂ ਤੇ ਇਸ ਹਿਸਾਬ ਨਾਲ ਹੀ ਟ੍ਰੈਂਡ ਚੇਂਜ ਹੁੰਦੇ ਰਹਿੰਦੇ ਆ। ਤੁਸੀਂ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਪਹਿਲਾਂ ਕੰਟਰੈਕਟਰ ਦੀ ਫੀਲਡ ਵਿੱਚ ਸੀ, ਕੰਟਰੈਕਟਰ ਹੈਗੇ ਸੀ, ਉਸ ਤੋਂ ਬਾਅਦ ਤੁਸੀਂ ਲਿਖਣਾ ਸ਼ੁਰੂ ਕੀਤੀ ਹੈ। ਅਜਿਹਾ ਕੀ ਮਨ ਵਿੱਚ ਆਇਆ ਕਿ ਤੁਹਾਨੂੰ ਲੱਗਿਆ ਕਿ ਜੌਬਲੈਸ ਹੋਣ ਤੋਂ ਬਾਅਦ ਮੈਨੂੰ ਲਿਖਣਾ ਚਾਹੀਦਾ ਹੈ? ਤੁਹਾਡੀ ਫੈਮਿਲੀ ਨੇ ਮੋਟੀਵੇਟ ਕੀਤਾ ਜਾਂ ਖੁਦ ਦੇ ਮਾਈਂਡ ਵਿੱਚ ਆਇਆ ਕਿ ਮੈਨੂੰ ਇਹ ਚੀਜ਼ ਜਿਹੜੀ ਹੈਗੀ ਕਰਨੀ ਚਾਹੀਦੀ ਹੈ? ਹਾਂਜੀ, ਮੈਂ ਪਹਿਲੇ ਗੌਰਮੈਂਟ ਕੰਟਰੈਕਟਰ ਸੀਗਾ ਤੇ ਉਹਦੇ ਵਿੱਚ ਮੈਨੂੰ ਹੋ ਗਿਆ ਨੁਕਸਾਨ ਕਾਫੀ ਤੇ ਹੋਰ ਅੱਗੇ ਨੁਕਸਾਨ ਮੈਂ ਸਹਿ ਨਹੀਂ ਸਕਦਾ ਤੇ ਮੈਂ ਆਪਣਾ ਕੰਮ ਕਰਤਾ ਬੰਦ ਤੇ ਘਰ ਬੈਠ ਗਿਆ ਸੀਗਾ। 2-4 ਮਹੀਨੇ ਘਰ ਬੈਠਾ ਵਿਹਲਾ ਬਿਲਕੁਲ ਤੇ पर्टिकुलरली मेरी वाइफ और मेरी बेटी ਜਿਹੜੇ ਮੈਨੂੰ ਕਹਿਣ ਲੱਗੇ ਤੁਸੀਂ ਕਿਤਾਬਾਂ ਲਿਖਣੀਆਂ ਸ਼ੁਰੂ ਕਰ ਦਿਓ ਤੇ ਫਿਰ ਮੈਂ ਉੱਥੋਂ ਉਹਨਾਂ ਨੇ ਕਾਫੀ ਮੋਟੀਵੇਟ ਕੀਤਾ। ਮਤਲਬ ਜਿਵੇਂ 15-20 ਦਿਨ ਲੱਗੇ ਰਹੇ, ਬਾਰ-ਬਾਰ ਕਹਿੰਦੇ ਸੀਗੇ ਤੇ ਮੈਂ ਵੀ ਕਿਹਾ ਚਲੋ ਇੱਕ ਵਾਰੀ ਲਿਖਣਾ ਸ਼ੁਰੂ ਕਰ ਦਿੰਦੇ ਆ। ਫਿਰ ਮੈਂ ਆਪਣੀ ਇੱਕ ਪਹਿਲੀ ਕਿਤਾਬ ਲਿਖੀ, ਆਪਣੇ ਐਕਸਪੀਰੀਅੰਸਿਸ ਲਿਖੇ ਸੀਗੇ ਜਵਾਨੀ ਦੇ ਔਰ ਫਿਰ ਜੇ ਕੰਟਰੈਕਟਰ ਜਿਹੜਾ ਮੇਰਾ ਫੇਲੀਅਰ ਹੋਇਆ ਮਤਲਬ ਬੰਦ ਕਰਨੀ ਪਈ ਮੈਨੂੰ ਕੰਟਰੈਕਟਰਸ਼ਿਪ ਉਹਦੇ ਬਾਰੇ ਫਿਰ ਮੈਂ ਇੱਕ ਕਿਤਾਬ ਲਿਖੀ ਜੀ ਅਬਾਊਟ ਗੋਡ ਐਂਡ ਫੇਲੀਅਰਸ ਤੇ ਉਹ ਕਿਤਾਬ ਫਿਰ ਪਬਲਿਸ਼ ਹੋਈ ਸੀਗੀ ਔਰ ਚੰਗੀ ਵੀ ਕੀ ਸੀ ਚੰਡੀਗੜ੍ਹ ਦੇ ਸਾਰੇ ਬੁੱਕ ਸ਼ਾਪਸ ਦੇ ਉੱਤੇ। ਸੋ ਮੈਨੂੰ ਲਿਖਣ ਵਾਸਤੇ ਤੇ ਪਾਰਟਿਕੂਲਰਲੀ ਜੇ ਮੈਂ ਕਹਾਂ ਤੇ ਬੇਟੀ ਔਰ ਮੇਰੀ ਜਿਹੜੀ ਵਾਈਫ ਹੈ ਇਹ ਦੋਨਾਂ ਨੇ ਮੈਨੂੰ ਬੜਾ ਇਨੀਸ਼ੀਏਟ ਔਰ ਮੋਟੀਵੇਟ ਕੀਤਾ। ਜਦੋਂ ਤੁਸੀਂ ਰਾਈਟਿੰਗ ਕਰਦੇ ਹੋ ਲਿਖਦੇ ਹੋ ਸਭ ਤੋਂ ਵੱਡੀ ਚੁਣੌਤੀ ਕੀ ਰਹਿੰਦੀ ਕਿਉਂਕਿ ਉਸ ਸਮੇਂ ਸਾਰਾ ਫੋਕਸ ਆਪਣਾ ਰਾਈਟਿੰਗ ਤੇ ਹੁੰਦਾ ਕਿਉਂਕਿ ਇਹਨੂੰ ਪ੍ਰੋਪਰ ਜਿਹੜਾ ਸਮੇਂ ਹੈ ਟਾਈਮ ਹੈ ਉਹ ਦੇਣਾ ਹੁੰਦਾ ਹੈ। ਹਾਂਜੀ, ਵੀ ਚੰਗਾ ਲਿਖੇ ਬੰਦਾ ਹੋਰ ਕੀ ਇਹੀ ਚੁਣੌਤੀ ਹੈ ਕਿ ਵੀ ਜੋ ਲਿਖਿਆ ਜਾਏ ਉਹ ਚੰਗਾ ਲਿਖਿਆ ਜਾਏ, ਪੋਜ਼ਿਟਿਵ ਲਿਖਿਆ ਜਾਏ ਤਾਂ ਕਿ ਲੋਕੀ ਉਹਨੂੰ ਜਦੋਂ ਪੜ੍ਹਨ ਤਾਂ ਉਹਨਾਂ ਨੂੰ ਇੰਟਰਸਟ ਵੀ ਕ੍ਰੀਏਟ ਹੋਏ ਔਰ ਉਸ ਤੋਂ ਕੁਝ ਸਿੱਖਣ ਵੀ। ਸੋ ਇਸੇ ਏਮ ਨਾਲ ਹੀ ਮੈਂ ਤੇ ਆਪਣਾ ਜੋ ਵੀ ਲਿਖਿਆ ਕਦੀ ਕਿਤਾਬਾਂ ਜਿਹੜੀਆਂ ਲਿਖੀਆਂ ਉਹ ਇਸੇ ਏਮ ਨਾਲ ਲਿਖੀਆਂ ਕਿ ਇੱਕ ਚੰਗਾ ਮੈਸੇਜ ਆਉਣਾ ਚਾਹੀਦਾ ਔਰ ਲੋਕਾਂ ਨੂੰ ਪੜ੍ਹ ਕੇ ਮਜ਼ਾ ਆਉਣਾ ਚਾਹੀਦਾ। ਤੇ ਜ਼ਿਆਦਾਤਰ ਤੁਹਾਡੇ ਟੌਪਿਕਸ ਦੀ ਗੱਲ ਕਰੀਏ ਤਾਂ ਕਿਹੜੇ ਟੌਪਿਕ ਨੂੰ ਤੁਸੀਂ ਪਾਰਟਿਕੂਲਰ ਜਿਹੜਾ ਹਾਈਲਾਈਟ ਕਰਦੇ ਹੋ ਕਿਉਂਕਿ ਕਈ ਸਾਰੇ ਟੌਪਿਕਸ ਨੇ? ਮੈਂ ਲਿਖਿਆ ਹੁਣ ਜਿਵੇਂ ਤੁਸੀਂ ਦੱਸਿਆ ਕਿ ਵੀ ਮੈਂ 4-5 ਕਿਤਾਬਾਂ ਲਿਖੀਆਂ। ਜਿਵੇਂ ਪਹਿਲੀ ਕਿਤਾਬ ਜਿਹੜੀ ਸੀਗੀ ਅਬਾਊਟ ਗੋਡ ਐਂਡ ਫੇਲੀਅਰਸ ਉਹ ਮੇਰੇ ਆਪਣੇ ਐਕਸਪੀਰੀਅੰਸ ਸੀਗੇ ਜਿਹੜੇ ਕਿ ਜਦੋਂ ਮੈਂ ਜੌਬ ਕਰਦਾ ਸੀ ਉੱਥੋਂ ਲੈ ਕੇ ਔਰ ਕੰਟਰੈਕਟਰਸ਼ਿਪ ਜਦੋਂ ਬੰਦ ਕੀਤੀ ਉਦੋਂ ਤੱਕ। ਫਿਰ ਉਹਦੇ ਬਾਅਦ ਮੈਂ ਕਿਹਾ ਹੋਰ ਅੱਗੇ ਡਿਫਰੈਂਟ ਸਬਜੈਕਟ ਦੇ ਉੱਤੇ ਲਿਖੀਏ। ਫਿਰ 2 ਮੈਂ ਫਿਕਸ਼ਨਲ ਨਾਵਲਸ ਲਿਖੇ, ਇੱਕ ਲਵ ਐਟ 65 ਔਰ ਇੱਕ ਲਵ ਗੋਨ ਔਰੀ। ਇਹ ਮੈਂ 2 ਕਿਤਾਬਾਂ ਲਿਖੀਆਂ ਜਿਹੜੀਆਂ ਕਿ ਫਿਕਸ਼ਨਲ ਹੈਗੀਆਂ ਔਰ ਦੋਸਤਾਂ ਦੀ ਕਹਾਣੀਆਂ। ਔਰ ਫਿਰ ਮੇਰੇ ਜਗਜੀਤ ਸਿੰਘ ਸਾਹਿਬ ਜਿਹੜੇ ਗਜ਼ਲ ਗਾਉਂਦੇ ਸੀ ਹੁਣ ਤਾਂ ਸਾਡੇ ਵਿੱਚ ਨਹੀਂ ਹੈਗੇ, ਇਹ ਮੈਂ ਇਹਨਾਂ ਨੂੰ ਆਪਣਾ ਟੀਚਰ ਮੰਨਦਾ ਤੇ ਮੈਂ ਇੱਕ ਦਿਨ ਦਿਮਾਗ 'ਚ ਆਇਆ ਕਿ ਚਲੋ ਇਹਨਾਂ ਦੀ ਗਜ਼ਲਾਂ ਬਾਰੇ ਲਿਖਿਆ ਜਾਏ ਤੇ ਮੈਂ ਇਹਨਾਂ ਦੀਆਂ 50 ਗਜ਼ਲਾਂ ਚੂਜ਼ ਕੀਤੀਆਂ ਜਿਹੜੀਆਂ ਕਿ ਮੈਨੂੰ ਬਹੁਤ ਅੱਛੀਆਂ ਲੱਗਦੀਆਂ ਤੇ ਮੈਂ ਉਹਨਾਂ ਦਾ ਮਤਲਬ ਉਸ ਬੁੱਕ ਦੇ ਵਿੱਚ ਉਹ 50 ਗਜ਼ਲਾਂ ਦਾ ਮਤਲਬ ਉਹਦੇ 'ਚ ਲਿਖਿਆ ਹੈਗਾ। ਤੇ ਇੱਕ ਬੁੱਕ ਫਿਰ ਮੈਂ ਲਿਖੀ ਕਿਉਂਕਿ ਮੈਂ ਕਾਫੀ ਦੇਰ ਜੌਬਲੈਸ ਰਿਹਾ ਕੰਟਰੈਕਟਰਸ਼ਿਪ ਬੰਦ ਕਰਨ ਦੇ ਬਾਅਦ। ਫਿਰ ਮੈਂ ਇੱਕ ਕਿਤਾਬ ਲਿਖੀ ਵੈਨ ਯੂ ਆਰ ਜੌਬਲੈਸ। ਉਹਦੇ ਵਿੱਚ ਮੈਂ ਐਕਸਪਲੇਨ ਕੀਤਾ
ਕਿ ਫੈਮਿਲੀ ਐਟਮੋਸਫੀਅਰ ਜਾਂ ਹੋਰ ਬੰਦਾ ਜਿਹੜੇ ਫਰੈਂਡਸ ਹੈ ਉਹਦੇ ਜਾਂ ਹੋਰ ਡਿਫਰੈਂਟ ਐਕਟੀਵਿਟੀਜ਼ ਟਾਈਮ ਪਾਸ ਕਰਨ ਵਾਸਤੇ ਉਹ ਬੰਦੇ ਨੂੰ ਕੀ ਕਰਨਾ ਚਾਹੀਦਾ, ਇੱਕ ਮੈਂ ਉਹਦੇ ਬਾਰੇ ਲਿਖੀ ਕਿਤਾਬ। ਤੇ ਮੈਂ ਡਿਫਰੈਂਟ ਸਬਜੈਕਟ ਉੱਤੇ 5 ਕਿਤਾਬਾਂ ਲਿਖੀਆਂ ਤੁਸੀਂ ਕਹਿ ਸਕਦੇ ਹੋ। ਤੇ ਹਰ ਜਗ੍ਹਾ ਤੁਹਾਨੂੰ ਜਿਹੜਾ ਹੈਗਾ ਨੁਕਸਾਨ ਦਾ ਹੀ ਸਾਹਮਣਾ ਕਰਨਾ ਪਿਆ, ਜੌਬਲੈਸ ਹੋਣ ਤੋਂ ਬਾਅਦ ਲਾਸ ਬੈਕ ਟੂ ਬੈਕ ਲਾਸ ਹੀ ਹੁੰਦਾ ਰਿਹਾ। ਕਦੇ ਇਹ ਨਹੀਂ ਹੋਇਆ ਕਿ ਮਨ ਜਿਹਾ ਅੰਦਰੋਂ ਬੰਦਾ ਜਿੱਦਾਂ ਟੁੱਟਿਆ ਦਾ ਇਨਸਾਨ? ਨਹੀਂ, ਟੁੱਟਣ ਦਾ ਤਾਂ ਹੁਣ ਦੇਖੋ ਫੀਲ ਤਾਂ ਹੁੰਦਾ ਹੀ ਹੈ ਕਿ ਵੀ ਨੁਕਸਾਨ ਹੋ ਗਿਆ, ਹੁਣ ਅੱਗੇ ਕੀ ਕਰੀਏ, ਪਰ ਜ਼ਿੰਦਗੀ ਤਾਂ ਚਲਦੀ ਰਹਿਣੀ ਚਾਹੀਦੀ ਹੈ ਔਰ ਕੁਛ ਨਾ ਕੁਛ ਤਾਂ ਕਰਨਾ ਹੀ ਪੈਂਦਾ। ਸੋ ਮੈਂ ਇਹ ਕਿਤਾਬਾਂ ਲਿਖੀਆਂ, ਫਿਰ ਮੈਂ ਕੁਛ ਸਾਲ 2 ਸਾਲ ਮੈਂ ਆਪਣਾ ਸ਼ੇਅਰ ਬਿਜ਼ਨਸ ਦੇ ਵਿੱਚ ਵੀ ਕੀਤਾ ਕੰਮ, ਤੇ ਡਿਫਰੈਂਟ ਕੰਮ ਕਰਦੇ ਰਹੇ। ਹੁਣ ਮੈਂ ਅੱਜ ਕੱਲ੍ਹ ਆਪਣੀ ਵਾਈਫ ਔਰ ਬੇਟੀ ਦਾ ਜਿਹੜਾ ਹੈਗਾ ਕੰਮ ਆਰਕੀਟੈਕਚਰ ਦਾ, ਉਹਦੇ ਵਿੱਚ ਉਹਨਾਂ ਦੀ ਹੈਲਪ ਕਰ ਦਿੰਦਾ ਜਦੋਂ ਵੀ ਉਹ ਮੈਨੂੰ ਕਹਿੰਦੇ ਆ, ਜੋ ਵੀ ਮੈਂ ਯੂਜ਼ਫੁਲ ਹੋ ਸਕਦਾ ਉਹਨਾਂ ਦੇ। ਸੋ ਇਹ ਟਾਈਮ ਤੇ ਪਾਸ ਕਰਨਾ ਹੀ ਹੈ। ਲਾਈਫ ਤੇ ਪੋਜ਼ਿਟਿਵ ਮਾਈਂਡ ਨਾਲ ਜੀਣੀ ਹੀ ਪੈਂਦੀ ਹੈ, ਭਾਵੇਂ ਪੈਸਾ ਘੱਟ ਹੋਏ ਜਾਂ ਜ਼ਿਆਦਾ ਹੋਏ, ਕਮਾਓ ਤਾਂ ਵੀ ਠੀਕ ਹੈ, ਨਾ ਕਮਾਓ ਤਾਂ ਵੀ ਖੁਸ਼ ਤੇ ਰਹਿਣਾ ਹੀ ਪੈਂਦਾ। ਸੋ ਇਹ ਕਰੀ ਜਾਂਦਾ। ਅੱਛਾ, ਤੁਸੀਂ ਐਕਸਪੈਰੀਮੈਂਟ ਕਰਨ 'ਚ ਦੇਖਿਆ ਕਿ ਜ਼ਿਆਦਾ ਵਿਸ਼ਵਾਸ ਰੱਖਦੇ ਹੋ, ਜਿੱਦਾਂ ਤੁਸੀਂ YouTube ਚੈਨਲ ਵੀ ਓਪਨ ਕਰ ਚੁੱਕੇ ਹੋ, ਬੁੱਕਸ ਵੀ ਲਿਖ ਚੁੱਕੇ ਹੋ। ਹੁਣ ਐਸਾ ਕਿਹੜਾ ਐਕਸਪੈਰੀਮੈਂਟ ਹੈ ਜਿਹੜਾ ਕਰਨਾ ਰਹਿੰਦਾ, ਤੁਸੀਂ ਤੁਹਾਡੀ ਇੱਕ ਦਿਲੋਂ ਤਮੰਨਾ ਕਿ ਐਕਸਪੈਰੀਮੈਂਟ ਜਿਹੜਾ ਹੈ ਕੀਤਾ ਜਾਵੇ? ਤਮੰਨਾ ਤੇ ਬੜੀਆਂ ਹੈਗੀਆਂ। ਐਕਸਪੈਰੀਮੈਂਟ ਤਾਂ ਮੈਂ ਬਹੁਤ ਕਰ ਦਾਂਗਾ। ਇੱਕ ਵਾਰੀ ਜੇਬ 'ਚ ਪੈਸੇ ਆ ਜਾਣ, ਮੈਂ ਤਾਂ ਪਿਕਚਰ ਵੀ ਬਣਾਉਣਾ ਚਾਹੁੰਦਾ, ਰਿਤਿਕ ਰੋਸ਼ਨ ਔਰ ਕੈਟਰੀਨਾ ਕੈਫ ਔਰ ਪ੍ਰਿੰਕਾ ਚੋਪੜਾ ਲੱਗ। ਮੈਂ ਤਾਂ ਕਾਸਟ ਵੀ ਡਿਸਾਈਡ ਕੀਤੀ ਹੋਈ ਹੈ, ਡਾਇਰੈਕਟਰ ਕਿਹੜਾ ਲੈਣਾ ਉਹ ਵੀ ਡਿਸਾਈਡ ਕੀਤਾ ਹੋਇਆ, ਪਿਕਚਰਾਂ ਬਣਾਉਣਾ ਚਾਹੁੰਦਾ, ਫੈਕਟਰੀਆਂ ਲਗਾਉਣਾ ਚਾਹੁੰਦਾ, ਬੜੀਆਂ ਚੀਜ਼ਾਂ ਬਹੁਤ ਚੀਜ਼ਾਂ। ਹਾਂ ਜੀ, ਹਾਂ, ਬਹੁਤ ਚੀਜ਼ਾਂ ਕਰ ਜੋਗੀਆਂ, ਆਂਦੀ ਨਹੀਂ ਚੀਜ਼ਾਂ ਦਾ। ਤੇ ਜਿੱਦਾਂ ਹਰ ਇੱਕ ਫੀਲਡ ਤੋਂ ਕੁਝ ਨਾ ਕੁਝ ਜਿਹੜਾ ਹੈ ਸਿੱਖਣ ਨੂੰ ਮਿਲਦਾ ਹੈ, ਰਾਈਟਿੰਗ ਦੀ ਫੀਲਡ ਤੋਂ ਅਜਿਹੀ ਕਿਹੜੀ ਚੀਜ਼ ਜਿਹੜੀ ਸਿੱਖਣ ਨੂੰ ਮਿਲੀ ਹੈ ਹੁਣ ਤੱਕ, ਜਿਹੜੀ ਹੈ ਬੈਨੀਫੀਸ਼ੀਅਲ ਪ੍ਰੂਫ ਹੋ ਰਹੀ ਹੈ, ਸਾਬਿਤ ਹੋ ਰਹੀ ਹੈ? ਇਹ ਹੋ ਰਹੀ ਹੈ ਕਿ ਇੱਕ ਤਾਂ ਲਿਖਣ ਦੇ ਨਾਲ ਬੰਦੇ ਦੀ ਸੋਚ ਬੜੀ ਮਤਲਬ ਕਿ ਇੰਪਰੂਵ ਹੁੰਦੀ ਹੈ, ਕਿਉਂਕਿ ਬੰਦਾ ਆਪਣੀ ਕਿਤਾਬ ਨੂੰ ਚੰਗੀ ਤੋਂ ਚੰਗੀ ਬਣਾਉਣਾ ਚਾਹੁੰਦਾ ਹੈ ਔਰ ਉਹਦੇ ਵਾਸਤੇ ਉਹ ਕਈ ਘੰਟੇ ਸੋਚਦਾ ਰਹਿੰਦਾ ਹੈ। ਕੋਈ ਕਹਾਣੀ ਲਿਖਣੀ ਹੈ ਤਾਂ ਅੱਛਾ, ਫਿਰ ਵੋਕੈਬਲਰੀ ਬੜੀ ਇੰਪਰੂਵ ਹੁੰਦੀ ਹੈ। ਤੁਸੀਂ ਨਵੇਂ ਵਰਡ ਲੱਭਣਾ ਚਾਹੁੰਦੇ ਹੋ, ਤੁਸੀਂ ਕੋਈ ਵੀ ਵਰਡ ਰਿਪੀਟ ਨਹੀਂ ਕਰਨਾ ਚਾਹੁੰਦੇ ਬੁੱਕ ਦੇ ਵਿੱਚ, ਤੇ ਫਿਰ ਤੁਸੀਂ ਉਹਦੇ ਵਾਸਤੇ ਨਵੇਂ ਵਰਡਸ ਦੇ ਮੀਨਿੰਗ ਦੇਖਦੇ ਹੋ। ਬਹੁਤ ਇੰਪਰੂਵਮੈਂਟ ਹੁੰਦੀ ਹੈ ਜੀ, ਬਹੁਤ ਹੀ ਮਤਲਬ ਮੈਂਟਲੀ ਐਕਟਿਵ ਰੱਖਣ ਵਾਲੀ ਚੀਜ਼ ਹੈ, ਨੌਲੇਜ ਵੱਧਦੀ ਹੈ ਔਰ ਬੰਦਾ ਸੈਟੀਸਫਾਈਡ ਫੀਲ ਕਰਦਾ। ਰਾਈਟਿੰਗ ਬਹੁਤ ਵਧੀਆ। ਅੱਛਾ, ਅੱਜ ਦੀ ਯੁਵਾ ਪੀੜ੍ਹੀ 'ਚ ਨਾ ਇੱਕ ਸ਼ਾਰਟਕਟ ਸਕਸੈਸ ਨਾਮ ਦਾ ਸ਼ਬਦ ਵਸਿਆ ਹੋਇਆ ਉਹਨਾਂ ਦੇ ਦਿਮਾਗ 'ਚ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਸ਼ਾਰਟਕਟ ਸਕਸੈਸ ਬਹੁਤ ਹਾਰਮਫੁਲ ਹੁੰਦੀ ਹੈ? ਜਿੱਦਾਂ ਉਹਨਾਂ ਨੂੰ ਕਿ ਥੋੜੀ ਜਿਹੀ ਵੀ ਰਾਈਟਿੰਗ ਕਰਤੀ, ਭਾਵੇਂ ਰਾਈਟਿੰਗ ਬਾਰੇ ਪਤਾ ਹੈ ਭਾਵੇਂ ਨਹੀਂ ਪਤਾ, ਉਹ ਸੋਸ਼ਲ ਮੀਡੀਆ ਤੇ ਜਲਦੀ ਉਹਨਾਂ ਨੇ ਪੋਸਟ ਕਰਤੀ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਸਕਸੈਸ ਤੇ ਹਾਰਡ ਵਰਕ ਦੇ ਨਾਲ ਹੀ ਮਿਲਦੀ ਹੈ ਤੇ ਬੰਦੇ ਨੂੰ ਕਰਨਾ ਵੀ ਚਾਹੀਦਾ ਹੈ। ਬਾਕੀ ਮੈਂ ਇੱਕ ਗੱਲ ਕਹਾਂਗਾ, ਜੋ ਵੀ ਕੰਮ ਕਰੋ ਉਹਨੂੰ ਜ਼ਿਆਦਾ ਸੀਰੀਅਸਲੀ ਨਾ ਲਓ। ਤੁਸੀਂ ਕੰਮ ਕੀਤਾ, ਜੇ ਕਾਮਯਾਬ ਹੋ ਗਏ ਬਹੁਤ ਵਧੀਆ ਹੈ, ਤੁਸੀਂ ਆਪਣੇ ਆਪ ਨੂੰ ਸ਼ਾਬਾਸ਼ੀ ਦਿਓ, ਬਹੁਤ ਵਧੀਆ ਗੱਲ ਹੈ। ਪਰ ਜੇ ਅਚਾਨਕ ਕਾਮਯਾਬ ਨਹੀਂ ਹੁੰਦੇ ਤੇ ਘਬਰਾਉਣਾ ਨਹੀਂ ਹੈ। ਉਹ ਇੱਕ ਜੇ ਸੁਪਨਾ ਟੁੱਟਦਾ ਤੇ ਦੂਜਾ ਬਣਾਓ, ਫਿਰ ਦੂਜੇ ਸੁਪਨੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿਓ। ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਉਦਾਸ ਨਾ ਹੋ ਕਿ ਵੀ ਤੁਸੀਂ ਇੱਕ ਕੰਮ ਕੀਤਾ ਸੀ, ਮਿਹਨਤ ਕੀਤੀ ਸੀ, ਕਾਮਯਾਬ ਨਹੀਂ ਹੋ ਸਕੇ, ਇਹਦਾ ਕੋਈ ਮਤਲਬ ਨਹੀਂ ਹੋਇਆ ਇੱਕ ਕੰਮ ਕਾਮਯਾਬ, ਦੂਜੀ ਤੇ ਆਓ, ਦੂਜਾ ਸੁਪਨਾ ਬਣਾਓ ਔਰ ਉਸ ਤੇ ਕੰਮ ਕਰੋ। ਤੁਸੀਂ ਦੱਸਿਆ ਕਿ ਤੁਸੀਂ ਜਦੋਂ ਟੈਨਸ਼ਨ 'ਚ ਹੁੰਦੇ ਹੋ, ਦੁਖੀ ਹੁੰਦੇ ਹੋ, ਸਟ੍ਰੈਸ 'ਚ ਹੁੰਦੇ ਹੋ, ਤੁਸੀਂ ਜਗਜੀਤ ਸਿੰਘ ਜੀ ਨੂੰ ਸੁਣਦੇ ਹੋ, ਉਹਨਾਂ ਦੀ ਗਜ਼ਲਾਂ ਤੁਸੀਂ ਬੋਲਦੇ ਹੋ ਤੇ ਤੁਸੀਂ ਉਹਨਾਂ ਨੂੰ ਆਪਣਾ ਆਈਡਲ ਮੰਨਦੇ ਹੋ, ਭਾਵੇਂ ਜਗਜੀਤ ਸਿੰਘ ਜੀ ਨੇ ਭਾਵੇਂ ਅਬਰਾਹਮ ਲਿੰਕਨ। ਉਹਨਾਂ ਦੀ ਕੁਝ ਗਜ਼ਲਾਂ ਸੀ ਤੁਹਾਡੇ ਮੂੰਹੋਂ ਜ਼ਰੂਰ ਸੁਣਨਾ ਚਾਹਾਂਗੇ, ਕੁਝ ਲਾਈਨਾਂ ਹੋ ਜਾਣ ਵਾਲੀਆਂ। ਹਾਂਜੀ ਹਾਂ, ਸੁਣਾ ਦਿੰਦਾ। जीवन क्या है चलता फिरता एक खिलौना है, दो आंखों में एक से हंसना एक से रोना है, जीवन क्या है। और सुनावा जी? हाँ जी, और एक और तो बनती है। चलो, कुछ ना कुछ तो जरूर होना है, कुछ ना कुछ तो जरूर होना है, सामना आज उनसे होना है, इतना डरना भी क्या है दुनिया से, इतना डरना भी क्या है दुनिया से, जो भी होना है वो तो होना है, जो भी होना है वो तो होना है। वाह जी वाह।
ਅੱਜ ਦੇ ਦੌਰ ਵਿੱਚ ਲੋਕ ਹਾਲੇ ਵੀ ਪੈਸੇ ਨੂੰ ਤਵੱਜੋ ਦਿੰਦੇ ਕਿ ਫਸਟ ਪ੍ਰਾਇੋਰਟੀ ਪੈਸਾ ਹੀ ਹੈ, ਜਦਕਿ ਰਾਈਟਿੰਗ ਵੀ ਕੋਈ ਬਹੁਤ ਅੱਛੀ ਫੀਲਡ ਹੈ, ਪਰ ਉਹਨੂੰ ਨਹੀਂ ਤਵੱਜੋ ਨਹੀਂ ਦਿੱਤੀ ਜਾਂਦੀ। ਉਹ ਕਹਿੰਦੇ ਨੇ ਪੈਸੇ ਨਾਲ ਹੀ ਸਭ ਕੁਝ ਹੈਗਾ, ਜਿਹੜਾ ਹੈਗਾ ਪੋਸੀਬਲ ਹੈਗਾ। ਉਹਨਾਂ ਬਾਰੇ ਕੀ ਵਿਚਾਰ ਨੇ, ਕੀ ਕਹਿਣਾ ਚਾਹੋਗੇ? ਵਿਚਾਰ ਤੇ ਮੈਨੂੰ ਇਸ ਚੀਜ਼ ਦਾ ਬੜਾ ਅਫਸੋਸ ਹੈ ਕਿ ਦੁਨੀਆ ਦੇ ਵਿੱਚ ਸਿਰਫ ਇੱਕ ਪੈਸੇ ਕਮਾਉਣ ਵਾਲੇ ਬੰਦੇ ਨੂੰ ਹੀ ਅਹਿਮੀਅਤ ਦਿੱਤੀ ਜਾਂਦੀ ਹੈ, ਉਸ ਬੰਦੇ ਨੂੰ ਹੀ ਕਾਮਯਾਬ ਕਿਹਾ ਜਾਂਦਾ ਹੈ ਜਿਹੜਾ ਕਿ ਪੈਸਾ ਕਮਾਉਂਦਾ ਹੈ। ਲੇਕਿਨ ਜੇ ਬੰਦਾ ਪੈਸਾ ਨਹੀਂ ਕਮਾਉਂਦਾ, ਉਹਨੇ ਭਾਵੇਂ ਆਪਣੀ ਸਾਰੀ ਜ਼ਿੰਦਗੀ ਪੂਰੀ ਮਿਹਨਤ ਕੀਤੀ ਹੋਏ, ਔਖੇ ਤੋਂ ਔਖੇ ਕੰਮ ਕੀਤੇ ਹੋਣ, ਪਰ ਉਹਦੀ ਕੋਈ ਵੈਲਿਊ ਨਹੀਂ ਪਾਈ ਜਾਂਦੀ। ਸੋ ਮੇਰਾ ਖਿਆਲ ਹੈ ਜੇ ਅਸੀਂ ਆਪਣੀ ਲਾਈਫ ਖੁਸ਼ ਹੋ ਕੇ ਜੀਣਾ ਚਾਹੁੰਦੇ ਹਾਂ ਤੇ ਦੁਨੀਆ ਜੋ ਮਰਜ਼ੀ ਗਏ, ਲੇਕਿਨ ਸਿਰਫ ਪੈਸਾ ਕਮਾਉਣ ਨੂੰ ਅਸੀਂ ਕਾਮਯਾਬੀ ਨਾ ਸਮਝੀਏ, ਬਲਕਿ ਜੇ ਤੁਸੀਂ ਜੋ ਉਹ ਕਰਦੇ ਹੋ ਜੋ ਤੁਹਾਡਾ ਦਿਲ ਕਹਿੰਦਾ ਹੈ ਔਰ ਤੁਸੀਂ ਉਹ ਕਰ ਪਾਉਂਦੇ ਹੋ, ਉਹ ਮੇਰਾ ਸਭ ਤੋਂ ਵੱਡੀ ਕਾਮਯਾਬੀ ਹੈ। ਪੈਸੇ ਕਮਾਉਣ ਨਾਲੋਂ ਵੀ ਜ਼ਿਆਦਾ ਆਪਣੇ ਮਨ ਨੂੰ, ਆਪਣੇ ਦਿਲ ਨੂੰ ਸੈਟੀਸਫਾਈ ਕਰਨਾ, ਉਹਦੇ ਹਿਸਾਬ ਨਾਲ ਚੱਲਣਾ ਜ਼ਿਆਦਾ ਵੱਡੀ ਕਾਮਯਾਬੀ ਹੈ। ਜਿੱਦਾਂ ਦਾ ਹੁਣ ਰਾਕੇਸ਼ ਜੀ ਮਾਹੌਲ ਚੱਲ ਰਿਹਾ, ਕਰੋਨਾ ਵਰਗੀ ਮਹਾਮਾਰੀ ਚੱਲ ਰਹੀ ਹੈ, ਲੋਕ ਬੇਰੁਜ਼ਗਾਰੀ ਨਾਲ ਲੜ ਰਹੇ ਨੇ, ਹਨਾ, ਮਾਹੌਲ ਬਹੁਤ ਖਰਾਬ ਹੋ ਰਿਹਾ ਹੈ, ਦਿਨ ਪ੍ਰਤੀ ਦਿਨ ਲੋਕਾਂ ਦਾ ਬੁਰੀ ਹਾਲਤ ਹੋਰ ਵੀ ਹੁੰਦੀ ਜਾ ਰਹੀ ਹੈ। ਤੇ ਇਹਦੇ ਤੇ ਕੋਈ ਤੁਸੀਂ ਸੋਚਿਆ ਹੋਵੇ ਫਿਊਚਰ 'ਚ ਕਿ ਇਹ ਮੁੱਦੇ ਤੇ ਕੋਈ ਲਿਖਿਆ ਜਾ ਸਕਦਾ? ਕਿਸਾਨੀ ਮੁੱਦਾ ਵੀ ਚੱਲ ਰਿਹਾ ਦੇਸ਼ 'ਚ। ਹਾਂਜੀ ਹਾਂ, ਇਹ ਤੇ ਮੇਰਾ ਲਿਖਣਾ ਤੇ ਜਾਰੀ ਹੈਗਾ ਜੀ। ਇਹ ਬਾਕੀ ਹੁਣ ਇਹ ਕਰੋਨਾ ਮੁੱਦਾ ਆਇਆ, ਫਾਰਮਰਸ ਪ੍ਰੋਟੈਸਟ ਆਇਆ, ਇਹਨਾਂ ਉੱਤੇ ਵੀ ਲਿਖਾਂਗਾ, ਕੁਛ ਨਾ ਕੁਛ ਜ਼ਰੂਰ ਲਿਖਾਂਗਾ। ਪਹਿਲੇ ਜਿਹੜੀ ਕਿਤਾਬ ਚੱਲ ਰਹੀ ਹੈ ਮੇਰੀ ਅੱਜ ਕੱਲ੍ਹ ਲਿਖ ਰਿਹਾ, ਉਹ ਪੂਰੀ ਹੋ ਜਾਏ, ਉਹਦੇ ਬਾਅਦ ਨੈਕਸਟ ਇਹ 2 ਆਈਟਮਾਂ ਉੱਤੇ ਲਿਖਾਂਗਾ ਮੈਂ, ਕਿਉਂਕਿ ਇਹ ਲੇਟੈਸਟ ਆਈਟਮਸ ਹੈਗੀਆਂ। ਔਰ ਤੁਸੀਂ ਦੇਖੋ ਕਿਸਾਨ ਕਿੰਝ ਦੁਖੀ ਹੋ ਰਹੇ ਹੈ, ਕਿੰਨੇ 100 150 ਦਿਨ ਹੋ ਗਿਆ ਮੇਰੇ ਹਾਲ ਉੱਥੇ ਆਪਣੇ ਸਾਈਡ ਤੇ ਬੈਠੇ ਆ। ਪਹਿਲੇ ਸਰਦੀਆਂ ਝੇਲੀਆਂ ਇਹਨਾਂ ਨੇ, ਹੁਣ ਦੇਖੋ ਗਰਮੀਆਂ ਝੇਲੀਆਂ ਪੈਣੀਆਂ ਇਹਨਾਂ ਨੂੰ, ਤੇ ਪੱਕਾ ਲਿਖਾਂਗਾ ਜੀ ਇਹਨਾਂ ਉੱਤੇ। ਔਰ ਕਰੋਨਾ ਵੀ ਦੇਖੋ ਸਾਡਾ ਪਿੱਛਾ ਨਹੀਂ ਛੱਡ ਰਹੀ, ਸਾਲ ਤੇ ਹੋ ਗਿਆ, ਅਜੇ ਲੱਗ ਰਿਹਾ ਹੈ 2-3 ਸਾਲ ਹੋਰ ਅੱਗੇ ਚੱਲਣਾ ਹੈ ਇਹਨੇ, ਇਸ ਕਰੋਨਾ ਨੇ, ਤੇ ਇਹਦੇ ਉੱਤੇ ਵੀ ਲਿਖਾਂਗੇ। ਜਿੰਜ ਇਸ ਕਰੋਨਾ ਦੇ ਕਰਕੇ ਇਕਨੋਮਿਕ ਕੰਡੀਸ਼ਨ ਸਾਰਿਆਂ ਦੀ ਖਰਾਬ ਹੋ ਗਈ, ਇਨਕਲੂਡਿੰਗ ਮਾਈ ਸੈਲਫ, ਤੇ ਡੈਫੀਨੇਟਲੀ ਇਹ ਤਾਂ ਲਿਖਣ ਦਾ ਮੁੱਦਾ ਹੈ ਹੀ ਹੈ ਕਿ ਵੀ ਇਹਦੇ ਤੇ ਕੀ ਲੋਕਾਂ ਦੇ ਉੱਤੇ ਕਰੋਨਾ ਦਾ ਕੀ ਇੰਪੈਕਟ ਪਿਆ ਔਰ ਉਹਨੂੰ ਹੁਣ ਕਿੰਝ ਫੇਸ ਕਰਨਾ, ਪੱਕਾ ਲਿਖਾਂਗਾ ਜੀ। ਹਰ ਇੱਕ ਇਨਸਾਨ ਦੀਆਂ ਖੁਦ ਤੋਂ ਐਕਸਪੈਕਟੇਸ਼ਨਸ ਹੁੰਦੀਆਂ ਨੇ, ਉਮੀਦਾਂ ਹੁੰਦੀਆਂ, ਖੁਦ ਤੋਂ ਕੀ ਐਕਸਪੈਕਟ ਕਰਦੇ ਹੋ? ਐਕਸਪੈਕਟੇਸ਼ਨ ਤੇ ਬਹੁਤ ਹੁੰਦੀਆਂ ਜੀ। ਐਕਸਪੈਕਟੇਸ਼ਨ ਤੇ ਬੰਦਾ ਕੀ ਕੁਝ ਬਣਨਾ ਚਾਹੁੰਦਾ, ਲੇਕਿਨ ਠੀਕ ਹੈ ਆਪਣਾ ਠੀਕ ਚੱਲ ਰਿਹਾ ਹੈ। ਫਿਊਚਰ ਦੀ ਐਕਸਪੈਕਟੇਸ਼ਨ ਤੇ ਇਹੀ ਹੈ ਕਿ ਲਾਈਫ ਵਧੀਆ ਚੱਲੇ ਜੀ, ਔਰ ਆਪਾਂ ਲਿਖਦਾ ਰਹਾਂ, ਮੈਂ ਆਪਣੀਆਂ ਬੁੱਕਸ ਡਿਫਰੈਂਟ ਪਬਲਿਸ਼ ਹੁੰਦੀਆਂ ਰਹਿਣ, ਤੇ ਬਸ ਇਹੀ ਐਕਸਪੈਕਟੇਸ਼ਨ ਹੈ। ਬਾਕੀ ਮੌਕਾ ਮਿਲੇਗਾ ਤੇ ਹੋਰ ਆਪਣੇ ਕਿਸੇ ਫੀਲਡ ਦੇ ਵਿੱਚ ਆਪਣਾ ਐਕਸਪੈਰੀਮੈਂਟ ਕਰ ਲਾਂਗੇ, ਪਿਕਚਰਾਂ ਵੀ ਬਣਾ ਦਾਂਗੇ। ਤੇ ਹੋਰ ਹੁਣ ਤੱਕ ਜਿੰਨੀ ਵੀ ਤੁਸੀਂ ਬੁੱਕਸ ਲਿਖ ਚੁੱਕੇ ਹੋ, ਭਾਵੇਂ ਉਹ 4 ਨੇ 5 ਨੇ 6 ਕਿਤਾਬਾਂ ਨੇ, ਉਹਨਾਂ 'ਚ ਕੋਈ ਇਹੋ ਜਿਹਾ ਲੱਗਦਾ ਕਿ ਤੁਹਾਡਾ ਡ੍ਰੀਮ ਪ੍ਰੋਜੈਕਟ ਹੈਗਾ ਜਾਂ ਅੱਗੇ ਜਾ ਕੇ ਹੋ ਸਕਦਾ ਹੈ? ਹਾਂਜੀ ਹਾਂ, ਅਜੇ ਤੱਕ ਤੇ ਦੇਖੋ ਸਭ ਤੋਂ ਜ਼ਿਆਦਾ ਪਿਆਰ ਨਾਲ ਜਿਹੜੀ ਮੈਂ ਕਿਤਾਬ ਲਿਖੀ ਹੈ, ਮਤਲਬ ਖੁਸ਼ੀ ਨਾਲ ਔਰ ਪਿਆਰ ਨਾਲ, ਉਹ ਹੈਗੀ ਹੈ ਜੀ ਵਿਦ ਲਵ ਟੂ ਮਾਈ ਟੀਚਰ, ਮਾਈ ਟ੍ਰਿਬਿਊਟ ਟੂ ਜਗਜੀਤ ਸਿੰਘ। ਕਿਉਂਕਿ ਜਗਜੀਤ ਸਿੰਘ ਜੀ ਮੇਰੇ ਟੀਚਰ ਹੈ। ਮੈਂ ਤਾਂ ਜ਼ਿੰਦਗੀ ਦੇ ਵਿੱਚ ਕਿਸੇ ਤੋਂ ਇੰਨਾ ਨਹੀਂ ਸਿੱਖਿਆ ਜਿੰਨਾ ਜਗਜੀਤ ਸਿੰਘ ਜੀ ਦੀਆਂ ਗਜ਼ਲਾਂ ਸੁਣ ਕੇ ਮੈਂ ਸਿੱਖਿਆ। 17 ਸਾਲ ਦਾ ਸੀ ਜਦੋਂ ਮੈਂ ਜਗਜੀਤ ਸਿੰਘ ਜੀ ਨੂੰ ਸੁਣਨਾ ਸ਼ੁਰੂ ਕੀਤਾ ਸੀਗਾ, ਔਰ ਲਾਸਟ ਤੱਕ ਉਹਨਾਂ ਦੀ ਹਰ ਕੈਸਟ CD ਮੈਂ ਖਰੀਦੀ ਹੈ, ਔਰ ਆਪਣੇ ਜੀਵਨ ਜੀਣ ਦਾ ਤਰੀਕਾ ਹੀ ਮੈਂ ਜਗਜੀਤ ਸਿੰਘ ਜੀ ਗਜ਼ਲਾਂ ਤੋਂ ਸਿੱਖਿਆ ਜੀ। ਤੇ ਉਹ ਕਿਤਾਬ ਜਦੋਂ ਮੈਂ ਲਿਖੀ ਸੀਗੀ ਵਿਦ ਲਵ ਟੂ ਮਾਈ ਟੀਚਰ, ਮਾਈ ਟ੍ਰਿਬਿਊਟ ਟੂ ਜਗਜੀਤ ਸਿੰਘ, ਬੜਾ ਮਜ਼ਾ ਆਇਆ, ਔਰ ਉਹ ਮੈਨੂੰ ਸਭ ਤੋਂ ਪਿਆਰੀ ਮਤਲਬ ਬੁੱਕ ਹੁਣ ਤੱਕ, ਵੈਸੇ ਤਾਂ ਹਰ ਕੰਮ ਪਿਆਰਾ ਹੀ ਹੁੰਦਾ, ਲੇਕਿਨ ਉਹ ਸਭ ਤੋਂ ਆਊਟਸਟੈਂਡਿੰਗ ਮੈਨੂੰ ਲੱਗਦੀ ਹੈ। ਤੇ ਜਾਂਦੇ ਆਪਣੀ ਰਾਈਟਿੰਗ ਫੀਲਡ ਬਾਰੇ, ਲੋਕਾਂ ਬਾਰੇ, ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ, ਕੀ ਕਹਿਣਾ ਚਾਹੋਗੇ? ਯੂਥ ਨੂੰ ਤਾਂ ਵੈਸੇ ਇੱਕੋ ਮੈਸੇਜ ਹੈ ਜੀ, ਡਰੱਗਸ ਨੂੰ ਕਦੀ ਹੱਥ ਨਾ ਲਾਉਣ ਬਸ। ਬਾਕੀ ਚਲੋ ਠੀਕ ਹੈ, ਅੱਜ ਕੱਲ੍ਹ ਰਿਵਾਜ਼ ਵੀ ਹੋ ਗਿਆ ਔਰ ਪਾਰਟੀਆਂ 'ਚ ਵੀ ਬੜਾ ਚੱਲਦਾ, ਟ੍ਰੈਂਡ ਵੀ ਹੋ ਗਿਆ ਸਾਰਾ, ਤੇ ਡਰਿੰਕਿੰਗ ਤੇ ਚਲੋ ਠੀਕ ਹੈ, ਬੰਦਾ ਲਿਮਿਟ 'ਚ ਕਰਦਾ ਰਹੇ, ਉਹ ਠੀਕ ਹੈ, ਲੇਕਿਨ ਮੇਰੀ ਰਿਕੁਐਸਟ ਯੂਥ ਨੂੰ ਇੱਕੋ ਹੈ ਜੀ, ਡਰੱਗਸ ਨੂੰ ਕਦੀ ਹੱਥ ਨਾ ਲਾਉਣਾ। ਕਿਉਂਕਿ ਅਸੀਂ ਦੇਖ ਚੁੱਕੇ ਹਾਂ ਵੀ ਕਈ ਨੌਜਵਾਨ ਜਿਹੜੇ ਹੈਗੇ ਆ ਖਰਾਬ ਹੁੰਦੇ ਆ, ਫਿਰ ਉਹ ਬਰਬਾਦ ਹੁੰਦੇ ਆ, ਸੁਸਾਈਡ ਕਰਦਾ ਹੈ, ਕੋਈ ਰੁਲਦਾ ਹੈ ਜੀ, ਕੋਈ ਰੀਹੈਬਿਲਿਟੇਸ਼ਨ ਸੈਂਟਰ ਜਾਂਦਾ ਹੈ। ਸੋ ਮੇਰੀ ਤਾਂ ਰਿਕੁਐਸਟ ਇਹੀ ਹੈ ਜੀ, ਕੋਈ ਛੋਟਾ ਮੋਟਾ ਕੋਈ ਡਰਿੰਕਿੰਗ ਦਾ ਨਸ਼ਾ ਹੋਏ ਉਹ ਚਲੋ ਫਿਰ ਵੀ ਥੋੜ੍ਹਾ ਬੜਾ ਚੱਲਦਾ, ਲੇਕਿਨ ਡਰੱਗਸ ਕਦੇ ਨਾ। ਤਾਂ ਤੁਸੀਂ ਦੇਖਿਆ ਇਸੇ ਕਿਵੇਂ ਨਾ ਰਾਕੇਸ਼ ਜੀ ਨੇ ਦੱਸਿਆ ਕਿ ਤੁਸੀਂ ਡਰੱਗਸ ਤੋਂ ਦੂਰ ਰਹੋ, ਡਰੱਗਸ ਨਾ ਕਰੋ, ਕਿਉਂਕਿ ਜ਼ਿੰਦਗੀ ਬਹੁਤ ਕੀਮਤੀ ਹੈ। ਤੇ ਨਾਲ ਹੀ ਕਿਹਾ ਕਿ ਹੁਣ ਸਭ ਦੀ ਫਾਈਨੈਂਸ਼ੀਅਲ ਕੰਡੀਸ਼ਨ ਜਿਹੜੀ ਹੈ ਖਰਾਬ ਹੋ ਚੁੱਕੀ ਹੈ, ਕਿਉਂਕਿ ਕਰੋਨਾ ਵਰਗੀ ਮਹਾਮਾਰੀ ਨੇ ਦੇਸ਼ ਨੂੰ ਬਹੁਤ ਪਿੱਛੇ ਪਹੁੰਚਾ ਦਿੱਤਾ, ਤੇ ਅੱਗੇ ਜਾ ਕੇ ਇਹ ਕਿਸਾਨ ਵੀਰਾਂ ਉੱਪਰ ਵੀ ਕਿਤਾਬ ਲਿਖਣਾ ਚਾਹਣਗੇ। ਇਹਨਾਂ ਦਾ ਪੈਸ਼ਨ ਜਾਰੀ ਹੈ,
ਹਾਲੇ ਵੀ ਲਿਖਣ ਦਾ ਪੈਸ਼ਨ ਜਿਹੜਾ ਹੈ ਖਤਮ ਨਹੀਂ, ਤੁਸੀਂ ਦੇਖ ਸਕਦੇ ਹੋ, ਕਿਉਂਕਿ ਹਾਲੇ ਵੀ ਜਿਹੜਾ ਯੂਥ ਹੈ ਜਾਂ ਲੋਕ ਨੇ ਉਹ ਪੈਸੇ ਨੂੰ ਹੀ ਫਸਟ ਪ੍ਰਾਇੋਰਟੀ ਦਿੰਦੇ ਨੇ, ਜੋ ਕਿ ਗਲਤ ਹੈ। ਕਮੈਂਟਸ ਰਾਹੀਂ ਤੁਸੀਂ ਵਿਚਾਰ ਸਾਂਝੇ ਕਰ ਸਕਦੇ ਹੋ। ਬਣੇ ਰਹੋ ਟੀਵੀ NRI ਨਾਲ। ਕਹਿੰਦੇ ਨੇ ਜਿਵੇਂ ਕਿਸੇ ਫੁੱਲ ਨੂੰ ਮਹਿਕਣ ਲਈ ਉਹਦਾ ਖਿੜ ਜਾਣਾ ਜ਼ਰੂਰੀ ਹੁੰਦਾ ਹੈ, ਉਵੇਂ ਕੋਈ ਰਿਸ਼ਤਾ ਨਿਭਾਉਣ ਲਈ ਉਹਦਾ ਮਿਲ ਜਾਣਾ ਜ਼ਰੂਰੀ ਹੁੰਦਾ ਹੈ। ਸੋ ਰਜਿਸਟਰ ਕਰੋ ਜੀ ਸਾਨੂੰ ਸਾਡੀ ਵੈਬਸਾਈਟ nrimb.com ਤੇ।